नमस्कार, मैं हूं दीपक भंडारी और आप देख रहे हैं D4U न्यूज। चर्चा करेंगे दिन भर की बड़ी खबरों पर। पंजाब विधानसभा सेशन के तीसरे दिन के दौरान एक बार फिर कांग्रेसी और आम आदमी पार्टी के नेता आमने सामने हो गए, जिस कारण कई गंभीर मुद्दों पर कोई बहस नहीं हो सकी। मुख्यमंत्री भगवंत मान जैसे ही विधानसभा सदन में दाखिल हुए तो विरोधियों ने कैबिनेट मंत्री फौजा सिंह सरारी को लेकर उनसे सवाल करने शुरू कर दिए, लेकिन उन्होंने कोई जवाब नहीं दिया, जिस पर कांग्रेसी बाहर आ गए। विपक्षी नेता प्रताप सिंह बाजवा ने कहा कि आम आदमी पार्टी के नेताओं को भली भांति इस बात का पता था कि हम कैबिनेट मंत्री फौजा सिंह सरारी को लेकर उनसे सवाल पूछेंगे। 20 दिनों के इंतजार के बाद आज ये समय आया है। 10 सितंबर को फौजा सिंह सरारी की ऑडियो वायरल हुई थी, अभी तक इस पर लीपापोती की जा रही है। भगवंत मान ने फौजा सिंह सरारी को लेकर कोई बयान नहीं दिया है। ये खुद को कट्टर ईमानदार कहते हैं और बातें बड़ी बड़ी करते हैं, लेकिन सच क्या है अब जनता जान गई है। ਹੁਣ ਪੁੱਛਣ ਦੀ ਲੋੜ ਕੀ ਪੈ ਗਈ? ਜਦੋਂ ਸੈਸ਼ਨ ਆਇਆ, ਸੈਸ਼ਨ ਵਿੱਚ ਇਹ ਗੱਲ ਤੁਹਾਡੇ ਨਾਲ ਹੀ ਅਸੀਂ ਇੱਥੇ ਵਿਧਾਨ ਸਭਾ ਦੇ ਵਿੱਚ ਹੀ ਸਾਂਝੀ ਕੀਤੀ ਕਿ ਫੌਜਾ ਸਿੰਘ ਸਰਾਰੀ ਦਾ ਇਸ਼ੂ ਅਸੀਂ ਚੁੱਕਣਾ। 20 ਦਿਨ ਅਸੀਂ ਇੰਤਜ਼ਾਰ ਕਰਦੇ ਰਹੇ। 10 ਸਤੰਬਰ ਨੂੰ ਪਹਿਲੀ ਵਾਰ ਇਹ ਆਡੀਓ ਜਨਤਕ ਹੋਈ। ਅੱਜ 30 ਹੋ ਗਈ ਹੈ। 20 ਦਿਨਾਂ ਤੋਂ ਬਾਅਦ ਅਜੇ ਤੱਕ ਸਾਨੂੰ ਸਪੀਕਰ ਨੇ ਕੱਲ੍ਹ ਇਹ ਗੱਲ ਕਹੀ ਸੀ ਕਿ ਚੀਫ ਮਿਨਿਸਟਰ ਆਏਗਾ, ਮੌਕੇ ਤੇ ਇੱਥੇ ਆ ਕੇ ਸਟੇਟਮੈਂਟ ਦੇਗਾ। ਅਸੀਂ ਇਹ ਗੱਲ ਕਹੀ ਕਿ ਇੱਥੇ ਸਟੇਟਮੈਂਟ ਦੇ, ਕਦੋਂ ਇਹਨੂੰ ਡ੍ਰੌਪ ਕਰੇਗਾ, ਕਦੋਂ ਇਹਦੇ ਤੇ FIR ਦਰਜ ਹੋਏਗੀ ਫੌਜਾ ਸਿੰਘ ਤੇ ਕਦੋਂ ਇਹਦੀ ਗ੍ਰਿਫਤਾਰੀ ਹੋਈ। ਅੱਜ ਜਦੋਂ ਅਸੀਂ ਵੇਖਿਆ ਉਸੇ ਟਾਈਮ ਇਹ ਅਸੀਂ ਡਿਮਾਂਡ ਕੀਤੀ ਕਿ ਹੁਣ ਭਗਵੰਤ ਸਿੰਘ ਮਾਨ ਇੱਥੇ ਆਇਆ ਤੇ ਇਹਦੇ ਕੋਲ ਸਟੇਟਮੈਂਟ। ਤੇ ਭਗਵੰਤ ਮਾਨ ਤੇ ਨਿਰਾ 3 ਜਿਹੜੇ ਬਿੱਲ ਸੀ, ਉਹਨਾਂ 'ਚੋਂ ਇੱਕ ਵਿਜੀਲੈਂਸ ਦਾ ਬਿੱਲ ਸੀ, ਉਹਦੀ ਪੂਰਤੀ ਵਾਸਤੇ ਆਇਆ ਸੀ। ਕੋਈ ਸਟੇਟਮੈਂਟ ਉਹਨੇ ਨਹੀਂ ਦਿੱਤੀ। ਅੱਜ 4 ਦਿਨ ਪਹਿਲੇ ਸ਼ਹੀਦ ਆਜ਼ਮ ਭਗਤ ਸਿੰਘ ਦੇ 28 ਤਰੀਕ ਨੂੰ ਜਾ ਕੇ ਆਏ ਨੇ। ਬੜੀਆਂ ਲੰਮੀਆਂ ਚੌੜੀਆਂ ਗੱਲਾਂ, ਬੜੀਆਂ ਵੱਡੀਆਂ ਗੱਲਾਂ, ਬੜੀ ਇਮਾਨਦਾਰੀ ਦੀਆਂ ਗੱਲਾਂ, ਬੜੀ ਸਾਫ਼ ਸੁਥਰੀ ਸਰਕਾਰ ਰਨ ਕਰਨ ਦੀਆਂ ਗੱਲਾਂ ਕਰਦੇ। वहीं सुखपाल सिंह खैरा ने कहा कि ये सेशन बिना किसी असूल कानून के बुलाया गया था। पिछले 5 दिनों से कोई क्वेश्चन आवर नहीं हुआ। ਇਹ ਸੈਸ਼ਨ ਸਿਰਫ ਆਪਣੀ ਹੋਮੇ ਨੂੰ ਪੱਠੇ ਪਾਉਣ ਵਾਸਤੇ, ਕੇਜਰੀਵਾਲ ਦੀ ਗੱਲ ਭਗਾਉਣ ਵਾਸਤੇ ਇਹ ਸੈਸ਼ਨ ਬੁਲਾਇਆ ਗਿਆ ਬਿਨਾਂ ਕਿਸੇ ਅਸੂਲ ਕਾਨੂੰਨ ਤੋਂ। ਅਗਰ ਸੈਸ਼ਨ ਇਹ 10-12 ਦਿਨ ਦਾ ਨੋਟਿਸ ਦੇ ਕੇ ਦਿੰਦੇ, 117 MLA ਆਪਣੇ ਸਵਾਲ ਦਿੰਦੇ ਜੀ, 117 MLA ਆਪਣੇ ਕਾਲ ਅਟੈਂਸ਼ਨ ਮੋਸ਼ਨ ਦਿੰਦੇ, ਆਪਣੇ ਆਪਣੇ ਹਲਕੇ ਦੀਆਂ ਸੜਕਾਂ ਦੇ, ਹਸਪਤਾਲਾਂ ਦੇ, ਸਕੂਲਾਂ ਦੀ ਗੱਲ ਕਹਿਣ ਜੋਗੇ ਹੋ ਜਾਂਦੇ। ਇਹਨਾਂ ਨੇ ਝੱਟ ਸੈਸ਼ਨ ਬੁਲਾਇਆ ਔਰ ਪਿਛਲੇ 5 ਦਿਨ ਤੋਂ ਤੁਸੀਂ ਦੇਖ ਲਿਓ ਕੋਈ ਕੁਐਸਚਨ ਆਵਰ ਹੈਗਾ ਵਾ, ਕਿਸੇ ਨੂੰ ਕੋਈ ਬੋਲਣ ਦਾ ਮੌਕਾ ਦਿੰਦੇ ਨੇ। ਅਸੀਂ ਕਿਹੜਾ ਮਸਲਾ ਉਠਾ ਰਹੇ ਹਾਂ ਜੀ? ਭ੍ਰਿਸ਼ਟਾਚਾਰ ਦਾ। ਇਹ ਕੱਟੜ ਇਮਾਨਦਾਰਾਂ ਦੀ ਪਾਰਟੀ ਦਾ ਇਸ਼ੂ ਆ। ਆਪ ਮੈਂਡੇਟ ਸਾਰਾ 92 MLA ਕਾਹਦੇ ਤੇ ਜਿੱਤ ਕੇ ਆਏ ਜੀ? ਅਖੇ ਅਸੀਂ ਬਦਲਾਵ ਲੈ ਕੇ ਆਵਾਂਗੇ। ਤੇ ਅੱਜ ਫੌਜਾ ਸਿੰਘ ਸਰਾਰੀ ਨੂੰ 25 ਦਿਨ ਹੋ ਗਏ ਨੇ, ਉਹਨੂੰ ਮੌਕਾ ਦੇ ਰਹੇ ਨੇ ਕਿ ਆਪਣੇ ਕੰਪਲੇਨਰ ਨਾਲ ਸਮਝੌਤਾ ਕਰ ਲਾ, ਉਹਨੂੰ ਪੈਸੇ ਦੇ ਲਾ, ਉਹਨੂੰ ਖਰੀਦ ਲਾ ਤੇ ਤੇਰੇ ਖਿਲਾਫ ਅਸੀਂ ਕਾਰਵਾਈ ਜਿਹੜੀ ਉਹ ਬੰਦ ਕਰ ਦਿਆਂਗੇ। ਸਾਹਮਣੇ ਬੈਠਾ ਦੰਦ ਕੱਢ ਰਿਹਾ ਉੱਥੇ ਸੈਸ਼ਨ ਦੇ ਵਿੱਚ, ਭਗਵੰਤ ਮਾਨ ਦੇ ਨਾਲ बैठा वा, उन्होंने अरेस्ट क्यों नहीं करते जी? उधर श्रोमणी अकाली दल और बसपा के विधायकों ने पंजाब के गवर्नर बनवारी लाल पुरोहित से मुलाकात की। विधायक मनप्रीत सिंह अयाली ने कहा कि गुजरात और हिमाचल के विधानसभा चुनावों के मद्देनजर आम आदमी पार्टी की ओर से राजनीति की जा रही है। आम आदमी पार्टी के विधायकों की ओर से यह कहा गया था कि ऑपरेशन लोटस के तहत उन्हें 25-25 करोड़ रुपए में खरीदे जाने के ऑफर दिए गए हैं। इस बात को भी 15-16 दिन बीत गए हैं, लेकिन अभी तक किसी का नाम सामने नहीं आया है और जो FIR इनकी ओर से दर्ज करवाई गई है उसमें भी किसी नेता का नाम नहीं है। सारे ਜਿਹੜੇ ਰੂਲਸ ਨੇ ਉਹ ਫੋਲੋ ਨਹੀਂ ਕੀਤੇ ਗਏ। ਉਸ ਦੇ ਅਗੇਂਸਟ ਜਾ ਕੇ ਜਿਹੜਾ ਇਹ ਸੈਸ਼ਨ ਬੁਲਾਇਆ ਗਿਆ, ਖਾਸ ਤੌਰ ਤੇ ਜਿਹੜਾ ਕੰਫੀਡੈਂਸ ਮੋਸ਼ਨ ਲਿਆਂਦਾ ਗਿਆ, ਉਹ BSC ਦੀ ਮੀਟਿੰਗ ਦੇ ਵਿੱਚ ਵੀ ਉਹਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਸੀਗਾ। ਮੌਕੇ ਤੇ ਉਹ ਲਿਆਂਦਾ ਗਿਆ ਜਿਹੜਾ ਵਿਸ਼ਵਾਸ ਪ੍ਰਸਤਾਵ ਆ, ਜਿਹਦੀ ਕੋਈ ਲੋੜ ਨਹੀਂ ਸੀ, ਕਿਉਂਕਿ ਕਿਸੇ ਵੀ ਵਿਰੋਧੀ ਧਿਰ ਵੱਲੋਂ ਕੋਈ ਮੰਗ ਨਹੀਂ ਕੀਤੀ ਗਈ ਸੀ, ਨਾ ਇਹਨਾਂ ਨੂੰ ਬਹੁਮਤ ਸਾਬਤ ਕਰਨ ਲਈ ਕਿਹਾ ਗਿਆ ਸੀ। ਲੇਕਿਨ ਜੋ ਵੀ ਲੱਗਦਾ ਕਿ ਇਹ ਜਿਹੜੀਆਂ ਗੁਜਰਾਤ ਤੇ ਹਿਮਾਚਲ ਦੀਆਂ ਚੋਣਾਂ ਆ ਰਹੀਆਂ ਨੇ, ਉਹਨਾਂ ਨੂੰ ਮੁੱਖ ਰੱਖ ਕੇ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਇਹ ਰਾਜਨੀਤੀ ਕੀਤੀ ਜਾ ਰਹੀ ਆ। 25 ਕਰੋੜ ਦੀ ਮੰਗ ਕੀਤੀ ਹੈ ਕਿ ਇਹਨਾਂ ਦੇ MLA ਨੂੰ 25 ਕਰੋੜ ਤੱਕ ਆਫਰ, ਇਹਨਾਂ ਨੇ ਗੱਲ ਕੀਤੀ ਆ ਵੀ ਆਫਰ ਹੋਈ ਆ। ਤੇ 14 ਸਤੰਬਰ ਨੂੰ ਜੋ ਇਹਨਾਂ ਦੇ ਫਾਈਨਾਂਸ ਮਿਨਿਸਟਰ ਨੇ ਹਰਪਾਲ ਸਿੰਘ ਚੀਮਾ ਜੀ ਨੇ ਇੱਕ ਕੰਪਲੇਂਟ ਦਿੱਤੀ ਸੀਗੀ DGP ਸਾਹਿਬ ਨੂੰ ਕਿ 25-25 ਕਰੋੜ ਦੀ ਆਫਰ ਹੋਈ ਆ ਸਾਡੇ MLA ਨੂੰ। ਤੇ ਮੇਰਾ ਖਿਆਲ ਅੱਜ 15-16 ਦਿਨ ਹੋ ਗਏ ਕੰਪਲੇਂਟ ਨੂੰ ਤੇ 7 ਦਿਨ ਪਹਿਲਾਂ ਦੀ ਆਫਰ ਆਈ ਹੋਈ ਆ। ਤੇ ਅੱਜ ਤੱਕ ਵੀ ਕੋਈ ਸਬੂਤ ਨਹੀਂ ਪੇਸ਼ ਕਰ ਸਕੇ,
ਕੋਈ ਵੀ ਦੋਸ਼ੀ ਫੜਿਆ ਨਹੀਂ ਗਿਆ, ਕੋਈ ਇਸ ਤਰ੍ਹਾਂ ਦਾ ਕੋਈ ਨੰਬਰ ਨਹੀਂ ਟਰੇਸ ਹੋਇਆ ਵੀ ਜਿਹਦੇ ਤੋਂ ਇਹਨਾਂ ਨੂੰ ਕਾਲਸ ਆਈਆਂ ਹੋਣ। ਸੋ ਇੱਥੋਂ ਲੱਗਦਾ ਕਿ ਇਹ ਸਾਫ਼ ਹੀ ਸਾਰੀ ਇਹ ਜਿਹੜੀ ਰਾਜਨੀਤੀ ਹੈਗੀ ਆ ਇਹ ਚੋਣਾਂ ਨੂੰ ਮੁੱਖ ਰੱਖ ਕੇ। इसी को लेकर कैबिनेट मंत्री अमन अरोड़ा ने भी जवाब दिया और कहा ऑडियो क्लिप की जांच की जा रही है और मुख्यमंत्री भगवंत मान इसे खुद मॉनिटर कर रहे हैं। तथ्य सामने आते ही कार्रवाई की जाएगी। ये लोग पंजाब को लूटकर खा गए, हमें इनसे ईमानदारी का सर्टिफिकेट लेने की जरूरत नहीं है। देखो इस तरह गल ये है कि कल सीएम साहब क्लीयर कर चुके, ਅਸੀਂ ਉਹ ਗੱਲ ਰਿਪੀਟ ਵਿਧਾਨ ਸਭਾ ਦੇ ਵਿੱਚ ਕਰ ਚੁੱਕੇ। ਇਸ ਤੋਂ ਪਹਿਲਾਂ ਵੀ ਮੈਂ ਉਹੀ ਗੱਲ ਕਰਕੇ ਹਟਿਆ ਕਿ ਇੱਕ ਆਡੀਓ ਕਲਿੱਪ ਜੇ ਸਾਹਮਣੇ ਆਇਆ ਹੈ ਤੇ ਪਾਰਟੀ ਦੀ ਇੰਟਰਨਲ ਮੈਕੈਨਿਜ਼ਮ ਹੈਗਾ ਜਿਹਦੇ ਤਹਿਤ ਉਹਦੀ ਇਨਕੁਆਇਰੀ ਹੈ ਜਿਹੜੀ ਉਹ ਚੱਲ ਰਹੀ ਹੈ ਤੇ ਸੀਐਮ ਸਾਹਿਬ ਖੁਦ ਆਪ ਮੋਨੀਟਰ ਕਰ ਰਹੇ ਨੇ। ਹੁਣ ਜਦੋਂ ਔਰ ਜਿਸ ਸਮੇਂ ਉਹਦੀਆਂ ਫਾਈਂਡਿੰਗਸ ਨੇ ਜਿਹੜੀਆਂ ਉਹਦੇ ਤੱਥ ਸਾਹਮਣੇ ਆ ਗਏ ਤੇ ਉਹਦੇ ਅਕੋਰਡਿੰਗਲੀ ਕਾਰਵਾਈ ਕਰ ਲਈ ਜਾਊਗੀ। ਸਾਨੂੰ ਇਹਨਾਂ ਤੋਂ ਜਿਹੜੇ ਘੱਟੋ ਘੱਟ ਸਾਰੇ पंजाब ਨੂੰ ਲੁੱਟ ਕੇ ਖਾ ਗਏ, ਸਾਨੂੰ ਇਹਨਾਂ ਤੋਂ ईमानदारी ਦਾ सर्टिफिकेट ਲੈਣ ਦੀ ਲੋੜ नहीं है। आपको ये भी बता दें कि कैबिनेट मंत्री कुलदीप सिंह धालीवाल ने भी फौजा सिंह सरारी का पक्ष लिया था। पत्रकारों की ओर से पूछे जाने पर उन्होंने ये कहा था कि फौजा सिंह सरारी ने ना तो दिल्ली बेची है और ना ही चंडीगढ़ बेचा है। वह बैठे हैं, चाय पी रहे हैं, आपको जो बात करनी है उनसे जाकर कर लें। ऐसा लगता है कि अब ये सरकार भी गैर जिम्मेदाराना रवैया अपना रही है, क्योंकि जिस तरह बदलाव की बात को लेकर और जिस तरह भ्रष्टाचार को खत्म करने के वायदे करके ये सरकार सत्ता में आई थी, अब शायद सरकार उससे भाग रही है। पार्टी के रवैये को लेकर भी शायद विधायक कुंवर विजय प्रताप सिंह भी खासे परेशान हैं। कुंवर विजय प्रताप सिंह पूर्व IPS अधिकारी हैं और जब अरविंद केजरीवाल ने उन्हें पार्टी में शामिल करवाया था तो बड़े बड़े दावे किए थे कि उन्हें अगर सरकार बनती है पंजाब में आम आदमी पार्टी की तो कुंवर विजय प्रताप को या तो डिप्टी CM बनाया जाएगा या फिर उन्हें गृह विभाग सौंपा जाएगा। 24 घंटे में बेअदबी कांड की रिपोर्ट पर कार्रवाई की जाएगी। लेकिन अब तो कुंवर साहब की बात सुनने वाला भी शायद कोई नहीं। कल जब वह बोलने लगे तो उन्हें ठीक से सुना भी नहीं गया, जिस कारण कुंवर विजय प्रताप घुटन महसूस कर रहे हैं। आम आदमी पार्टी के कन्वीनर और दिल्ली के मुख्यमंत्री अरविंद केजरीवाल ने आशंका जताई है कि उनकी पार्टी के राज्यसभा सांसद राघव चड्ढा को केंद्र सरकार गिरफ्तार करवा सकती है। राघव चड्ढा पंजाब से आम आदमी पार्टी के राज्यसभा सांसद हैं। केजरीवाल ने अपनी आशंका को गुजरात चुनाव से जोड़ा है और ट्वीट किया है, जिसमें उन्होंने लिखा है कि पार्टी ने राघव चड्ढा को गुजरात का सह प्रभारी बनाया है और उन्होंने गुजरात में चुनाव प्रचार के लिए जाना शुरू कर दिया है। अब सुन रहे हैं कि राघव चड्ढा को ये लोग गिरफ्तार करेंगे। किस केस में करेंगे, क्या आरोप होंगे, ये अभी वे लोग बना रहे हैं। इसको लेकर भाजपा के राष्ट्रीय महासचिव तरुण चुग का भी बयान आया है और उन्होंने कहा है कि अरविंद केजरीवाल ख्याली पुलाव बनाने में बहुत माहिर हैं। आखिरकार उन्हें किस बात का डर सता रहा है यदि उन्होंने कुछ किया ही नहीं। ऐसा है, मैनू आज तक समझ नहीं आया कि केजरीवाल साहब क्यों भ्रम पैदा करते हैं। या तो इन्होंने कोई जानकारी है कि राघव चड्ढे ने कोई बहुत वड्डी चोरी की है या राघव चड्ढे ने कोई बहुत बड़ा स्कैंडल किया है। इस पिछे उन्होंने पाप बोल रहा है, मन च बैठा पाप बोल रहा है। पहले इन्होंने इस तरह बयान देते कि सिसोदिया साहब अरेस्ट हो जाएंगे तो सिसोदिया साहब का शराब माफिया ना लिंक और शराब माफिया का स्कैंडल सामने आया और स्पष्ट हो गया कि किस तरह शिक्षा मंत्री और शराब मंत्री, एक्साइज मंत्री को व्यक्ति एक पासे परमिशन दे रहा शराब के ठेकिਆਂ ਨੂੰ ਸਕੂਲ ਦੇ ਕੋਲ ਖੋਲਣ ਦੀ, ਖਾਸ ਮਾਫੀਆ ਨੂੰ ਸੰਰक्षण ਦੇ ਰਿਹਾ, ਕਰੋੜਾਂ ਰੁਪਏ ਦੀ ਲੁੱਟ ਹੁੰਦੀ ਹੈ। ਕੇਜਰੀਵਾਲ ਸਾਹਿਬ ਤੁਸੀਂ ਤੇ ਮੁੱਖ ਮੰਤਰੀ ਦੇ ਨਾਂ ਤੇ ਫਾਈਲ ਤੇ ਸਾਈਨ ਨਹੀਂ ਕਰਦੇ, ਕਿਸ ਗੱਲ ਤੋਂ ਡਰ ਰਹੇ ਹੋ? ਅਗਰ ਸੱਚ ਹੈ ਤਾਂ ਫਾਈਲ ਤੇ ਸਾਈਨ ਕਿਉਂ ਨਹੀਂ ਕਰਦੇ? ਇਸ ਤਰ੍ਹਾਂ ਦਾ ਭ੍ਰਮ ਤੁਸੀਂ ਪਹਿਲੇ ਵੀ ਪੈਦਾ ਕੀਤਾ ਸੀ ਜਦੋਂ ਉੱਤਰਾਖੰਡ ਦਾ ਇਲੈਕਸ਼ਨ ਸੀ, ਜਦੋਂ यूपी ਦਾ ਇਲੈਕਸ਼ਨ ਸੀ, ਜਦੋਂ ਗੋਆ ਦਾ ਇਲੈਕਸ਼ਨ ਸੀ ਕਿ ਸਾਡੀ ਉੱਤੇ ਸਰਕਾਰ ਆ ਰਹੀ, ਸਾਨੂੰ ਤੰਗ ਕੀਤਾ ਜਾ ਰਿਹਾ, ਜ਼ਮਾਨਤਾਂ ਜ਼ਬਤ ਹੋ ਗਈਆਂ। ਗੋਆ 'ਚ ਤੁਸੀਂ ਮੰਤਰੀ ਮੰਡਲ ਘੋਸ਼ਿਤ ਕਰਤਾ ਸੀ ਤੇ ਬੰਦਾ ਇੱਕ ਵੀ ਨਹੀਂ ਜਿੱਤਿਆ, ਜਿੱਤਣੇ ਦੇ ਦੂਰ ਕਿਸੇ ਦੀ ਜ਼ਮਾਨਤ ਤੱਕ ਨਹੀਂ ਬਚੀ। ਜੇ ਤੁਸੀਂ ਦੂਜੇ ਪਾਸੇ ਆਏ यूपी ਮੁੱਖ ਮੰਤਰੀ ਦਾ ਉਮੀਦਵਾਰ, उत्तराखंड मुख्यमंत्री का उम्मीदवार, एक एक कैंडिडेट की जमानत जब्त होगी और थोड़े बयान से भाजपा हमसे डर गई है, जमानत असी बचा नहीं पा रहे, जनता सानू एक्सेप्ट नहीं कर पा रही और तुसी आज नवा शगुफा चढ़ता है राघव चड्ढा कभी भी गिरफ्तार हो सकते हैं। अरे बताओ क्या जानकारी है केजरीवाल साहब, क्यों गिरफ्तार हो सकते हैं? इसका कौन सा स्कैंडल किया जनता जानना चाहती है।
आपको यह भी बता दें कि मनीष सिसोदिया, जो कि दिल्ली के उप मुख्यमंत्री हैं और आम आदमी पार्टी के सीनियर नेताओं में से एक हैं, उन पर भी शराब नीति को लेकर एक मामला दर्ज किया जा चुका है। सीबीआई की ओर से उनके घर पर रेड भी की जा चुकी है। केजरीवाल ये भी कह चुके हैं कि अब पहले मनीष सिसोदिया को गिरफ्तार किया जाएगा और अब बात कर रहे हैं राघव चड्ढा को गिरफ्तार किए जाने की। लेकिन एक बात समझ से बाहर है कि क्या सच में राघव चड्ढा को और मनीष सिसोदिया को एक योजना बनाकर गिरफ्तार किया जाएगा या सच में उन्होंने कुछ गलत काम किया है। अरविंद केजरीवाल एक शातिर राजनीतिक माहिर की तरह, शातिर राजनीतिक खिलाड़ी की तरह चल रहे हैं, कदम फूंक फूंक कर रख रहे हैं। पहले ही एक योजनाबद्ध तरीके से ये बातें फैला दी गई कि मनीष सिसोदिया को और राघव चड्ढा को गिरफ्तार किया जा सकता है। यदि सरकार, केंद्र सरकार ऐसा करती भी है, भले ही उनके पास इस बात के तमाम सबूत मौजूद हों कि शराब नीति को लेकर इन नेताओं ने कहीं ना कहीं गड़बड़ी की है, अगर वो इन्हें गिरफ्तार करती है तो अरविंद केजरीवाल बड़े ही एक चुनौती भरे तरीके से इस जनता के सामने इस बात को ले जाएंगे कि उन्होंने तो पहले ही ये आशंका जाहिर कर दी थी कि मनीष सिसोदिया और राघव चड्ढा को केंद्र सरकार की ओर से गिरफ्तार किया जा सकता है। अमृतसर में एक शर्मनाक घटना सामने आई है। रामलीला की स्टेज पर एक महिला शराब की बोतल हाथ में लेकर अश्लील गानों पर डांस करती दिखाई दे रही है। शिवसेना ने इसका कड़ा विरोध किया। आप इस वीडियो में देख सकते हैं कि किस तरह एक महिला अपने सर पर शराब की बोतल रखकर नाच रही है। कुछ लोग इस दौरान हुड़दंग भी कर रहे हैं और स्टेज पर ये जो गाना बज रहा है, 2 घुट पिला दे साकिया बाकी मेरे ते रोड़ दे, जिस किसी ने भी ये हरकत की है इसकी जितनी निंदा की जाए कम है। पुलिस की ओर से रामलीला के आयोजकों पर मामला दर्ज कर लिया गया है। शिवसेना के नेता सुधीर सूरी का कहना है कि वेरका में रामलीला स्टेज पर लोगों ने जो ये अश्लील हरकत की है वह माफी के लायक नहीं है। इसी को लेकर उन्होंने वेरका पुलिस थाने में इसकी शिकायत भी की है और भविष्य में आयोजकों को चेतावनी भी दी है। ਅੱਜ ਅਸੀਂ ਥਾਣੇ ਆਇਆ ਸੀ, शिवसेना टकसाली अपनी दवेसर होना ਨਾਲ ਲੈ ਕੇ ਆਏ। ਇਹਨਾਂ ਨਾਲ ਰਾਤੀ ਮੈਨੂੰ ਮੈਸੇਜ ਆਇਆ ਕਿ ਕੁਝ ਲੋਕ ਜਿਹੜੇ ਵੇਰਕੇ ਦੇ ਵਿੱਚ ਰਾਮਲੀਲਾ ਕਰਾ ਰਹੇ ਨੇ। बीती रात उन्होंने अश्लील गाने चलाए ने, शराब दी बोतलों दिखा के डांस किए गए हैं, बकायदा बड़े अभद्र शब्द बोले गए हैं, जिन्होंने वेख के अज असी वेरके थाने दे विच बयान करवा के दरखास्त दे के उन्होंने उपर असी FIR करवा रहे हैं। FIR करवाती है, जिन्हों की जल्द ही गिरफ्तारी हो जाएगी उन्होंने प्रबंधकों की। तो अज का जिहड़ा प्रोग्राम सीगा वो यह सीगा कि जे FIR नहीं कट्टी जाती तो असी रोड के उपर बैठांगे और पूरा तमाशा करके पुलिस का भी नाल करांगे, तमाशा के नाल जिन्हों ने रामलीला दे विच काम किया उन्हों का भी तमाशा करांगे, बख्शिया किसी को भी नहीं जाएगा। लेकिन पुलिस प्रशासन ने साडा साथ दिता, अच्छे माहौल दे विच गलबात बैठिया हुई है। ACP साहब नाल भी, SHO साहब नाल भी उन्होंने देखो कटती FIR और मेरे ख्याल च रात तक ये बंदे भी चुके जाएंगे। अज रात नूं रामलीला भी नहीं होएगी। जे अज रात नूं रामलीला इत्थे वेरके होएगी तो अपनी सारे मैंबर लैके असी दवेसर जी ते कौशल जी इत्थे पहुँचणगे तो रामलीला नूं पक्के तौर पर बंद कराया जाएगा। वेरका थाना के इंचार्ज किरणदीप सिंह का कहना है कि रामलीला मैदान में स्टेज पर अश्लील गानों पर किए गए डांस को लेकर शिकायत उन्हें मिली है। आयोजकों के खिलाफ मामला दर्ज कर लिया गया है और आरोपियों की तलाश में छापेमारी की जा रही है। देखो जी, अज सानू शिवसेना दे अपना प्रधान कौशल शर्मा जी, पंकज दवेसर जी ते सुधीर सूरी जी, इन्हां वालों एक सानू जिहड़ा बयान दर्ज कराया गया वा, जिहदे विच इन्हां ने दस्सिया कि वेरके विखे जिहड़ी रामलीला लगदी आ, इहदे विच जिहड़ा प्रबंधकां वालों कोई जिहड़े आर्टिस्ट आ उन्हां वालों जिहड़ा वा रामलीला के दौरान स्टेज के उपर जिहड़ा वा कोई जिहड़े अपना फिल्मां दे जिहड़े गाने लगा के अश्लील जिहड़ा वा डांस उत्थे करवाया गया, तो नाल जिहड़ा शराब दीयां बोतलां हत्थ च फड़वा के ते जिहड़ा गलत जिहड़ी प्रदर्शनी जिहड़ी धार्मिक स्टेज ते कीती गई है। इहदे संबंध सानूं उन्होंने जिहड़ा बयान लिखाया, इहदे आधार ते FIR नंबर 90 अंडर सैक्शन 295 ते 298 IPC FIR जिहड़ी है थाणे वेरके दर्ज रजिस्टर की गई है। दोषियों के खिलाफ जिहड़ा बाई नेम जिहड़ा मुकदमा दर्ज किया गया। इन्हां विच इन्हां दे प्रधान ने जी अपने जिहड़े इन्हां दे क्लब दे जगविंदर भोला, सुनील अत्री, एक रिपुल नाम दा लड़का जी, ते बाकी जिहड़े 2 होर है जी।
ਇਹ ਚੌਥਾ ਹੈਗਾ ਇਹਨਾਂ ਦਾ ਸ਼ੀਲਾ ਤੇ ਇੱਕ ਬੱਲੂ ਅਤਰੀ ਨਾਂ ਦਾ ਸ਼ਖਸ। ਬਾਕੀ ਇਹਨਾਂ ਦੀ ਗ੍ਰਿਫਤਾਰੀ ਲਈ ਜਿਹੜੀ ਛਾਪੇਮਾਰੀ ਕੀਤੀ ਜਾ ਰਹੀ ਹੈ। 2-3 ਅਣਪਛਾਤੇ ਵੀ ਹੈਗੇ ਜੀ, ਉਹਨਾਂ ਦੀ ਸ਼ਨਾਖਤ ਜਿਹੜੀ ਆ ਤਫਤੀਸ਼ ਦੇ ਦੌਰਾਨ ਕੀਤੀ ਜਾਊਗੀ। पठानकोट के सरकारी सिविल अस्पताल का एक वीडियो वायरल हो रहा है जिसमें महिला चिकित्सा सेवा न मिलने के कारण वह जमीन पर ही अपने बच्चे को जन्म दे देती है। क्या यही बदलाव है? हर दिन मुख्यमंत्री भगवंत मान और सेहत मंत्री चेतन सिंह जौड़ा माजरा बड़े बड़े दावे करते हैं, लेकिन सच आपके सामने है कि किस तरह एक व्यक्ति अस्पताल की पोल खोल रहा है और महिला का जो रक्त है वो किस तरह जमीन पर बिखरा दिखाई दे रहा है। वैसे एक बात तो सच है कि नेताओं को सरकारी अस्पतालों में धक्के खाने वाली जनता से कोई सरोकार नहीं, वहां दवाई मिलती है या नहीं, इलाज होता है या नहीं, इससे भी नेताओं को सरोकार इसलिए नहीं है क्योंकि ये नेता तो अपना इलाज करवाने के लिए विदेशों में जाते हैं। बच्चे दे पिताजी है हाँ जी हाँ जी महाराज मैं बहुत कुछ कहा, इन्होंने बहुत हाथ जोड़िया, इन्होंने कोई गल नहीं मनी है। की कीता इन्हां ने तुहाडे नाल? इन्होंने ਉਹ ਮੁੰਡਾ ਹੈ ਮੈਨੂੰ ਤੱਕ ਉਹ ਬਾਹ ਤੋਂ ਫੜ ਕੇ ਮੈਨੂੰ ਬਾਹਰ ਕੱਢਿਆ। ਮੁੰਡਾ ਕਿਹੜਾ ਜੀ? ਹੈ ਕਿ ਛੋਟੇ ਪਤਾ ਹੈ ਮੁੰਡਾ ਦਿਖਿਆ ਨਹੀਂ ਆ। ਠੀਕ ਹੈ। ਮੇਰੀ ਚੱਲਦੀ ਆ ਮੈਂ ਚਲਾ। ਠੀਕ ਹੈ। ਕਹਿੰਦਾ ਚੱਲ ਬਾਹਰ ਨਿਕਲ। ਠੀਕ ਹੈ ਜੀ। ਐਂਬੂਲੈਂਸ ਨੇ ਮੁੰਡੇ ਨੇ ਬੜੀ ਮਦਦ ਕੀਤੀ ਹੈ, ਉਹ ਵਿਚਾਰਾ ਤਰਲੇ ਕਰਕੇ ਚੱਲ ਗਿਆ ਇੱਧਰ। ਠੀਕ ਹੈ। ਇਹਨੂੰ ਮੁੰਡੇ ਨੇ ਨਹੀਂ ਚੱਲਿਆ, ਉਹਨੇ ਕਿਹਾ ਨਾ ਕੇਸ ਹੈ। ਠੀਕ ਹੈ। ਹੁਣ ਤੁਸੀਂ ਕਿੱਥੇ ਖੜੇ ਹੋ ਇਸ ਟਾਈਮ? ਮੈਂ ਹਸਪੀਟਲ ਦੇ ਵਿੱਚ ਖੜਾ। ਕਿਹੜੇ ਹਸਪੀਟਲ ਖੜੇ ਹੋ? ਸਿਵਲ ਹਸਪੀਟਲ। ठीक है। कितने खड़े हो? इन्होंने कोई केयर नहीं की, मेरा बच्चा बाहर हो गया। इसके बाद भाजपा के विधायक और भाजपा के ही प्रदेश अध्यक्ष अश्विनी शर्मा अस्पताल प्रबंधक को फटकार लगाते हैं और अस्पताल का दौरा करते हैं। वह महिला के घर पर भी जाते हैं और उसका हालचाल पूछते हैं। हॉस्पिटल आने को पहला मैं उस बच्ची दे कर गया और मैं उन्हें बड़े साफ कोई दे शब्दां नाल ये कह के आया कि मैं शर्मिंदा कि बेटा तेरे नाल इस प्रकार का व्यवहार हॉस्पिटल में होया और इहदे नाल इंसानियत भी शर्मिंदा हुई है, क्योंकि मैं इत्थों दा विधायक हां, इदां दी घटना तेरे नाल हुई है, इहदे लई मैं तेरे कोलों माफी मंगी और तेरा दर्द ते नहीं मैं घट कर सकदा, लेकिन दोषियों को सजा मिले। और जिस प्रकार की बयानबाजी सरकार के पक्ष वालों हो रही है, उहदे तो लगता कि वो न्याय देने दे और गलती सुधारन के रूप नहीं है, वो लीपापोती करना चाहती है, लेकिन वो पठानकोट के टेंपरामेंट नहीं जानते। ये वही हॉस्पिटल है जो 12 तो लैके 17 तक मैं MLA सी, अवार्ड मिले इस हॉस्पिटल को कि पंजाब का 1 नंबर का हॉस्पिटल। अज की जी दुर्दशा हुई है और जिस प्रकार वो भैन और जिन्हें वीडियो जा रहे हैं, कोई भी जिन्हें थोड़ी जी भी इंसानियत है वो शर्मसार होता है और वो भैन को इंसाफ मिले और दोबारा इस प्रकार की कोई घटना ना घटे, इसलिए मैं प्रयासरत हाँ। और एक गल मैं मान साहब को ਤੁਹਾਡੇ माध्यम नाल तो भाई माफ कर दियो पंजाब, प्लीज माफ कर दियो पंजाब ਨੂੰ। ਸਾਨੂੰ ਤੁਹਾਡਾ ਦਿੱਲੀ ਮਾਡਲ ਹੈਲਥ ਦਾ ਨਹੀਂ ਹੋ ਚਾਹੀਦਾ, ਸਾਡਾ ਪੰਜਾਬ ਦਾ ਮਾਡਲ ਬੜਾ ਵਧੀਆ ਸੀ। ਕਮ ਸੇ ਕਮ ਭੈਣਾਂ ਫਰਸ਼ ਦੇ ਉੱਤੇ ਬੱਚਾ ਨੀਟ ਦੀ ਪੈਦਾ ਕਰਦੀਆਂ, ਉਹਨਾਂ ਦੀ ਦੇਖਭਾਲ ਹੁੰਦੀ ਸੀ। ਮਾਫ ਕਰੋ, ਵਿਗਿਆਪਨਾਂ ਤੋਂ ਬਾਹਰ ਨਿਕਲੋ, पंजाब के लोगों वाल ध्यान करो मान साहब। हरियाणा सिख गुरुद्वारा प्रबंधक कमेटी को सुप्रीम कोर्ट की ओर से मान्यता मिलने के बाद शिरोमणि गुरुद्वारा प्रबंधक कमेटी की ओर से बुलाई गई बैठक शुक्रवार को संपन्न हुई। बैठक में निर्णय लिया गया कि 4 अक्टूबर को अमृतसर में एक बड़े स्तर पर इकट्ठ बुलाया जाएगा, जो डिप्टी कमिश्नर अमृतसर को एक ज्ञापन भी सौंपेगा। SGPC के अध्यक्ष एडवोकेट हरजिंदर सिंह धामी ने हरियाणा में भी एक बड़ा इकट्ठ बुलाने के लिए सदस्यों को कहा है। धामी ने यह कहा है कि 7 सितंबर को श्री अकाल तख्त साहब, केसगढ़ और दमदमा साहब में रोष मार्च निकाला जाएगा। यह मार्च लोगों को हरियाणा में बनाए गए एक्ट 2014 के बारे में जागरूक करेगा। एडवोकेट धामी ने RSS पर भी आरोप लगाए और कहा, उन्होंने RSS को सिख धर्म को तोड़ने वाला बताया। धामी ने यह कहा, आज हरियाणा सिख प्रबंधक कमेटी अलग हुई है, कल कोई और खड़ा हो जाएगा। इतना ही नहीं, वह गुरु ग्रंथ साहब भी अपना छपवाने लगेंगे, फिर उस पर RSS भी लिखा जाएगा। यह सिख धर्म के लिए ठीक नहीं है। सिख धर्म से पहले ही काफी भेदभाव किया जा चुका है। देखो एक बड़ा बड़ी त्रासदी भी बन गई है ये RSS भारतीय जनता पार्टी। ये देखो अपने सिख जिन्हों आप थिंक टैंक कह लें, वो थिंक टैंक उन्होंने बैठे आ। साढ़े अज कोई श्रोमणी सरदार कोई अज सुप्रीम कोर्ट के जज नहीं,
ਔਰ ਜੇ ਪਿੱਛੇ ਹਾਈ ਕੋਰਟ ਦੇ ਜੱਜ ਬਣੇ, ਇੱਕ ਬਣਿਆ ਸੀ ਸਰਦਾਰ ਹਰਪ੍ਰੀਤ ਸਿੰਘ, ਉਹਨੂੰ ਵੀ ਸਹੁੰ ਨਹੀਂ ਚੁਕਾਈ ਗਈ। ਇਹ ਲੁਕਵੇਂ ਹਮਲੇ ਆ ਜਿਹੜੇ ਤੇ ਤੁਹਾਨੂੰ ਅੱਜ ਭਾਪਣਾ ਪਊ। ਜੇ ਨਾ ਭਾਪਾਂਗੇ ਫਿਰ ਹੌਲੀ 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 ਜਿਸਲੇ ਕਹਿੰਦੇ ਬੋਰੀ ਨੂੰ ਇੱਕ ਪਾਸੋਂ ਰੇਤਾ ਦੀ ਨੂੰ ਖੋਰ ਦਿਓ, ਮਾੜਾ ਜਿਹਾ ਚੀਰਾ ਦੇਣਾ ਪੈਂਦਾ, ਸਾਰੀ ਖੁਰ ਜਾਂਦੀ ਆ। ਇਸ ਕਰਕੇ ਆਪਾਂ ਨੂੰ ਇਹ ਸੋਚਣਾ ਪਊ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਆਪਣੀ ਵਚਨਬੱਧਤਾ ਤੋਂ ਪਿੱਛੇ ਹਟੀ। ਜੇ ਪਿੱਛੇ ਹਟੀ ਫਿਰ ਇਤਿਹਾਸ ਭਾਈ ਕਰਮ ਸਿੰਘ ਦਾ, ਫਿਰ ਇਤਿਹਾਸ ਭਾਈ ਪ੍ਰਤਾਪ ਸਿੰਘ ਦਾ ਨਹੀਂ ਪੜ੍ਹਨਾ ਲੋਕਾਂ ਨੇ, ਤੁਹਾਡਾ ਬਣਨਗੇ ਵੀ ਕਿਹੜੇ 120-122 ਚ ਪ੍ਰਬੰਧਕ ਕਰਤਾ, ਕਿਹੜੇ ਮੈਂਬਰ ਸੀ, ਕਿਹੜੇ ਪ੍ਰਧਾਨ ਸੀ। ਖਾ ਦਾ ਨਾਰਾ ਵੀ ਨਹੀਂ ਮਾਰ ਸਕੇ, ਤੁਰ ਵੀ ਨਹੀਂ ਸਕੇ। ਇਸ ਕਰਕੇ ਆ 4 ਤਰੀਕ ਨੂੰ ਅਸੀਂ ਇੱਥੇ ਵੱਡਾ ਇਕੱਠ ਰੱਖਿਆ ਅੰਮ੍ਰਿਤਸਰ। ਹੁਣ ਤੁਹਾਨੂੰ ਆਉਣਾ ਪੈਣਾ, ਕਈ ਵਾਰੀ ਕਤਾਹੀ ਕਰਦੇ ਆ ਆਪਾਂ ਮੈਂਬਰ, ਜ਼ਰੂਰ ਆਇਆ ਕਰੋ। ਨਾ ਆਵਾਂਗੇ ਫਿਰ ਮਾਫੀਆਂ ਮੰਗਾਂਗੇ। ਉਹ 4 ਤਰੀਕ ਨੂੰ ਇੱਥੇ ਮੈਮੋਰੈਂਡਮ ਦਿੱਤਾ ਜਾਊਗਾ ਇੱਥੇ ਡਿਪਟੀ ਕਮਿਸ਼ਨਰ ਜ਼ਿਲ੍ਹਾ ਅੰਮ੍ਰਿਤਸਰ ਨੂੰ ਕਿ ਆਹ ਜਿਹੜੇ ਅੱਜ RSS ਵਾਲੇ ਲੁਕਵੇਂ ਤੌਰ ਤੇ ਸਿੱਧੇ ਤੌਰ ਦੇ ਉੱਤੇ ਹਮਲਾ ਕਰ ਰਹੇ, ਮਨਿਆਵਟੀ ਦੇ ਉੱਤੇ ਹਮਲਾ ਕਰ ਰਹੇ, ਇਹਨਾਂ ਨੂੰ ਤੁਰੰਤ ਨੱਥ ਪਾਈ ਜਾਵੇ। ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਵੱਧ ਚੜ ਕੇ ਸਾਰੇ ਆਇਓ, ਕੋਈ ਬਹਾਨਾ ਨਹੀਂ ਲੱਗਣਾ, ਕਿਉਂਕਿ ਗੁਰੂ ਸਾਹਿਬ ਨੇ ਤੁਹਾਨੂੰ ਸਰਦਾਰੀਆਂ ਬਖਸ਼ੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਬਾਕੀ ਧਰਤੀ ਤੇ नहीं बनता, पंजाब की धरती ते बनता। 100 SGPC की सदस्य बीबी किरणजोत कौर ने कहा, जो सिख पाकिस्तान में रह गए या फिर अफगानिस्तान में रह गए, आज उनका क्या हश्र हो रहा है। अकाली दल का अपना एक इतिहास रहा है, अपना इतिहास हम खुद ही नहीं संभाल सके तो हमें दूसरों से उम्मीद नहीं करनी चाहिए। 1947 की गल होई, सानू मुल्क मिलदा सी, ले लेना सी जी। ਤੁਸੀਂ ਤਾਂ ਬੇੜਾ ਗਰਕ ਕਰਤਾ ਹੈ ਅਕਾਲੀ ਦਲ ਦੇ ਇਤਿਹਾਸ ਦਾ। ਅੱਜ ਜਿਹੜੇ ਸਿੱਖ ਪਾਕਿਸਤਾਨ 'ਚ ਰਹਿ ਗਏ, ਜਿਹੜੇ ਅਫਗਾਨਿਸਤਾਨ 'ਚ ਰਹਿ ਗਏ, ਦੱਸੋ ਉਹਨਾਂ ਦਾ ਕੀ ਹਸ਼ਰ ਹੈ ਔਰ ਕੀ ਉਮੀਦ ਕਰਦੇ ਹੋ? ਉੱਥੇ ਰਹਿ ਜਾਂਦੇ ਤੇ ਅੱਜ ਸਿੱਖੀ ਬਚ ਜਾਣੀ ਸੀ। ਮੈਂ ਪ੍ਰਧਾਨ ਜੀ ਬੇਨਤੀ ਕਰਾਂਗੀ, ਅਕਾਲੀ ਦਲ ਦਾ ਇੱਕ ਇਤਿਹਾਸ ਹੈ ਔਰ ਉਸ ਇਤਿਹਾਸ ਨੂੰ ਸਾਡੇ ਆਪਣੇ ਬੰਦੇ ਗਲਤ ਪ੍ਰਚਾਰ ਰਹੇ ਹਨ। ਆਪਣਾ ਇਤਿਹਾਸ ਅਸੀਂ ਆਪ ਨਹੀਂ ਸਾਂਭ ਸਕਦੇ, ਕਿਸੇ ਤੋਂ ਕੀ ਉਮੀਦ ਕਰਾਂਗੇ। 47 ਦੇ ਵਿੱਚ ਸਾਡੇ ਗੁਰਦੁਆਰੇ ਪਾਕਿਸਤਾਨ 'ਚ ਰਹਿ ਗਏ, ਪਰ ਕੰਟਰੋਲ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਚੱਲਦਾ ਰਿਹਾ। ਜਦ ਤੱਕ 1965 ਦੀ ਲੜਾਈ ਨਹੀਂ ਹੋਈ, ਨਨਕਾਣਾ ਸਾਹਿਬ ਤੇ ਲਾਹੌਰ ਡੇਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਅੰਮ੍ਰਿਤਸਰ ਤੋਂ ਚੱਲਦਾ ਰਿਹਾ। ਪਰ ਇਹ ਜੰਗ ਤੋਂ ਬਾਅਦ ਹਾਲਾਤ ਬਦਲੇ ਕਿ ਸਾਡਾ ਉੱਥੇ ਕੇਵਲ ਗੁਰਪੁਰਬਾਂ ਤੇ ਮਿੱਠੇ ਜਿਹੜੇ ਦਿਹਾੜੇ ਸੀ, ਉਹਨਾਂ ਦਿਹਾੜਿਆਂ ਤੇ ਆਣਾ ਜਾਣਾ ਸ਼ੁਰੂ ਹੋਇਆ। ਸਾਡੇ ਹੁੰਦਿਆਂ ਇੱਕ ਵੱਖਰੀ ਕਮੇਟੀ ਹਰਿਆਣੇ ਦੇ ਸਿੱਖਾਂ ਦੀ ਗੱਲ ਚੱਲੀ। ਮੈਨੂੰ ਅਫਸੋਸ ਹੈ ਇਸ ਗੱਲ ਦਾ ਪ੍ਰਧਾਨ ਜੀ, ਜਦੋਂ ਇਹ ਅਨਾਉਂਸ ਹੋਇਆ ਤੇ ਇਹਦਾ ਰਿਐਕਸ਼ਨ ਇਸ ਤਰ੍ਹਾਂ ਦਿੱਤਾ ਗਿਆ ਕਿ ਬਲੂ ਸਟਾਰ ਤੋਂ ਵੀ ਵੱਡਾ ਹਮਲਾ ਹੋ ਗਿਆ। ਮੈਂ ਸੋਚਦੀ ਹਾਂ ਕਿ ਬਲੂ ਸਟਾਰ ਇਸ ਤੋਂ ਵੱਡਾ ਹਮਲਾ ਸੀ ਕਿ ਤੁਹਾਨੂੰ ਇਹ ਐਕਟ ਦੇ ਵਿੱਚ ਤਬਦੀਲੀ ਆ ਗਈ ਤਾਂ ਬੜਾ ਵੱਡਾ ਹਮਲਾ ਲੱਗ ਰਿਹਾ ਹੈ। ਜਦੋਂ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ, ਦਰਬਾਰ ਸਾਹਿਬ ਤੇ ਹਮਲਾ ਹੋਇਆ, ਔਰ ਹਮਲਾ ਉਸ ਦਿਨ ਹੋਇਆ ਜਦੋਂ 5ਵੇਂ ਪਾਤਸ਼ਾਹ ਦਾ ਸ਼ਹੀਦੀ ਗੁਰਪੁਰਬ ਸੀ, ਤੁਹਾਨੂੰ ਉਹਦਾ ਦਰਦ ਜ਼ਿਆਦਾ ਵੱਡਾ ਨਹੀਂ ਲੱਗਾ? ਸੋ ਮੇਰੀ ਬੇਨਤੀ ਹੈ, ਇਹ ਵੀ ਇਤਰਾਜ਼ਯੋਗ ਹੈ, ਪਰ ਸ਼ਬਦਾਂ ਦੀ ਚੋਣ ਬੜੀ ਸੰਜੀਦਗੀ ਦੇ ਨਾਲ ਔਰ ਬੜੀ ਸੋਚ ਸਮਝ ਕੇ ਕਰਨੀ ਚਾਹੀਦੀ ਹੈ। ਹਰਿਆਣਾ ਕਮੇਟੀ ਦੀ ਪਹਿਲੇ ਵੀ ਗੱਲ ਆਈ ਸੀ, ਯਾਦ ਹੋਏਗਾ ਤੁਹਾਨੂੰ, ਜਨਰਲ ਹਾਊਸ ਬੁਲਾ ਕੇ ਤੇ ਅਕਾਲ ਤਖਤ ਸਾਹਿਬ ਦੇ ਪਿੱਛੇ ਲੁਕਣ ਦੀ ਕੋਸ਼ਿਸ਼ ਕੀਤੀ ਗਈ ਸੀ ਜੀ, ਜਥੇਦਾਰ ਜੀ ਨੂੰ ਕਹੋ ਜੀ ਹਰਿਆਣਾ ਕਮੇਟੀ ਨਹੀਂ ਬਣ ਸਕਦੀ। ਅੱਜ ਜਦੋਂ ਹਰਿਆਣਾ ਕਮੇਟੀ ਦੇ ਹੱਕ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈ ਤੇ ਮਾਫ ਕਰਿਓ, ਲੱਡੂ ਵੰਡਣ ਵਾਲੇ ਸਾਡੇ ਆਪਣੇ ਸਿੱਖ ਹਨ ਔਰ ਉਹ ਅਕਾਲੀ ਹਨ ਜਿਹੜੇ ਸਾਡੇ ਨਾਲ ਸੀ, 96 ਵਿੱਚ ਸਾਡੇ ਨਾਲ ਸੀ, ਸਾਡੇ ਤੋਂ ਦੂਰ ਕਿਉਂ ਹੋਏ? ਜਥੇਦਾਰ ਹਰਪਾਲ ਸਿੰਘ ਜੱਲਨ ਦੀ ਇਸ ਗੱਲ ਨਾਲ ਮੈਂ ਸਹਿਮਤ ਹਾਂ ਕਿ ਜੜਦੇ ਜਾਓ, ਸਾਡੀ ਕੌਮੀ ਸ਼ਕਤੀ ਖੇਰੋ ਕਿਉਂ ਹੋਈ? ਅਸੀਂ ਉਹਦਾ ਕੀ ਹੱਲ ਕੀਤਾ? ਜਦੋਂ ਪਿਛਲੀ ਵਾਰ ਹਰਿਆਣਾ ਕਮੇਟੀ ਦੀ ਗੱਲ ਆਈ ਸੀ ਤੇ ਇਹ ਗੱਲ ਤੈਅ ਹੋਈ ਸੀ ਕਿ ਜਿਹੜੇ ਹਰਿਆਣੇ ਦੇ ਗੁਰਦੁਆਰੇ ਉਹਨਾਂ ਦੇ ਪ੍ਰਬੰਧ ਵਾਸਤੇ ਅਖਤਿਆਰ ਹਰਿਆਣੇ ਦੇ ਮੈਂਬਰਾਂ ਨੂੰ ਦਿੱਤਾ ਜਾਏ, ਉਹਨਾਂ ਦੀ ਇੱਕ ਸਬ ਕਮੇਟੀ ਬਣੇ ਔਰ ਉਹਨਾਂ ਦੇ ਅਨੁਸਾਰ ਹਰਿਆਣੇ ਦੇ ਗੁਰਦੁਆਰਿਆਂ ਦਾ ਪ੍ਰਬੰਧ ਕੀਤਾ ਜਾਏ। ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਉਸ ਮਤੇ ਦਾ ਕੀ ਬਣੇਗਾ, ਕਿ ਉਹ ਕਿਸੇ ਪਾਸੇ ਤੁਰਿਆ
ਜਾਂ ਨਹੀਂ ਤੁਰਿਆ। ਜੇ ਅਸੀਂ ਭਰਾ ਆਪਸ ਵਿੱਚ ਬੈਠ ਕੇ ਇਹ ਮਸਲੇ ਹੱਲ ਕਰ ਸਕਦੇ ਸੀ, ਅਸੀਂ ਕਿਉਂ ਨਹੀਂ ਕੀਤੇ? ਪਰ ਅੱਜ ਹੁਣ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਸਾਡੇ ਸਾਹਮਣੇ ਹੈ, ਮੈਂ ਬਿਲਕੁਲ ਇਹਦੀ ਨਿੰਦਾ ਕਰਦੀ ਹਾਂ ਕਿ ਸ਼੍ਰੋਮਣੀ ਕਮੇਟੀ ਜਿਹੜੀ ਇੰਨੇ ਕੁਰਬਾਨੀਆਂ ਨਾਲ ਬਣੀ ਹੋਈ ਸੰਸਥਾ ਹੈ, ਉਹਨੂੰ ਇਸ ਤਰੀਕੇ ਦੇ ਨਾਲ ਇੱਕ ਸਟੇਟ ਕਵੇ ਕਿ ਵੀ ਮੈਂ ਇਹਨੂੰ ਬਦਲ ਸਕਦਾ ਹੈ, ਤਾਂ ਇਹ ਬਹੁਤ ਗਲਤ ਹੈ ਔਰ ਯਕੀਨਨ ਇਹਦਾ ਫੋਲੋ ਅਪ ਹੋਣਾ ਚਾਹੀਦਾ ਹੈ। ਪਰ ਨਾਲ ਜਿਹੜੇ ਮੇਰੇ ਤੋਂ ਪਹਿਲੇ ਬੜੇ ਤੱਤੇ ਬੋਲੇ ਸਾਰੇ ਮੈਂਬਰ, ਮੋਰਚਾ ਲਾਓ, ਯਕੀਨਨ ਮੋਰਚਾ ਲਾਓ ਹਰਿਆਣੇ ਦੇ ਵਿੱਚ। ਹਰਿਆਣੇ ਦੇ ਸਿੱਖ ਨਾਲ ਤੋੜੋ। ਜਦੋਂ ਹਰਿਆਣੇ ਦੇ ਇਲੈਕਟਡ ਮੈਂਬਰ ਇਸ ਹਾਊਸ ਵਿੱਚ ਆਏ, ਅਸੀਂ ਤਰਜੀਹ ਕਿਸੇ ਹੋਰ ਨੂੰ ਦਿੱਤੀ ਜਿਹਨੂੰ ਨੋਮੀਨੇਟ ਕਰਕੇ ਉਹਨਾਂ ਦੇ ਸਿਰ ਤੇ ਬਿਠਾਇਆ। ਅਸੀਂ ਬੜੀ ਪਾਵਰ ਦਿੱਤੀ ਹਰਿਆਣੇ ਦੇ ਮੈਂਬਰਾਂ ਨੂੰ, ਉੱਚ ਅਹੁਦੇ ਦਿੱਤੇ। ਅੱਜ ਉਹਨਾਂ ਦੀ ਅਗਵਾਈ ਦੇ ਵਿੱਚ ਹਰਿਆਣੇ ਦੇ ਵਿੱਚ ਮੋਰਚਾ ਲਾਇਆ ਜਾਏ। ਅੱਜ ਉਹ ਇਹ ਸਾਬਤ ਕਰਨ ਕਿ ਹਰਿਆਣਾ ਦਾ ਸਿੱਖ ਉਹਨਾਂ ਦੇ ਨਾਲ ਹੈ, ਉਹਨਾਂ ਦੇ ਨਾਲ ਖੜਾ। ਅਸੀਂ ਜੇ ਪੰਜਾਬ ਤੋਂ ਜਾ ਕੇ ਇਹ ਮੋਰਚਾ ਲਾਉਂਦੇ ਹਾਂ ਤੇ ਫਿਰ ਇਹ ਕਹਿਣਗੇ ਜੀ ਪੰਜਾਬ ਵਾਲੇ ਫਿਰ ਸਾਡੀਆਂ ਗੋਲਕਾਂ ਕਾਬੂ ਕਰਨ ਆ ਗਏ। ਹਰਿਆਣਾ ਦੇ ਸਿੱਖਾਂ ਨੂੰ ਅੱਗੇ ਲਾਓ ਔਰ ਉਹਨਾਂ ਨੂੰ ਮੋਰਚਾ ਲਾ ਕੇ ਤੇ ਜਾਂ ਹਰਿਆਣੇ ਤੋਂ ਆਵਾਜ਼ ਆਏ ਕਿ ਅਸੀਂ ਆਪਣੀ ਜਿਹੜੀ ਪੇਰੈਂਟ ਆਪਣੀ ਵੱਡੀ ਬਾਡੀ ਹੈ ਉਸ ਤੋਂ ਨਿਖੇੜਨਾ ਨਹੀਂ ਚਾਹੁੰਦੇ, ਤਾਂ ਇਹ ਮਸਲੇ ਹੱਲ ਹੋਣੇ। ਕੋਰਟ ਕਚਹਿਰੀਆਂ ਦੇ ਵਿੱਚ ਲੜਾਈਆਂ ਕਰਨੀਆਂ ਪੈਣੀਆਂ, ਪਰ ਮੇਰੀ ਰਾਏ ਹੈ ਕਿ ਵਡੇਰੇ ਪੰਥਕ ਹਿੱਤਾਂ ਦੇ ਵਿੱਚ ਸਾਨੂੰ ਆਪਣੇ ਭਰਾਵਾਂ ਨਾਲ ਬਹਿ ਕੇ ਅਜਿਹੇ ਫੈਸਲੇ ਕਰਨੇ ਚਾਹੀਦੇ ਜਿਹਦੇ ਨਾਲ ਕੌਮ ਦੀ ਸ਼ਕਤੀ ਜਿਹੜੀ ਹੈ ਉਹ ਖੇਰੂ ਨਾ ਹੋਏ। ਗੁਰਦੁਆਰੇ ਪ੍ਰਬੰਧਾਂ ਵਾਸਤੇ ਲੜਦੇ ਹੋਏ ਅਸੀਂ ਕੌਮ ਦੇ ਵਿੱਚ ਮਜ਼ਾਕ ਦਾ ਇੱਕ ਮੁੱਦਾ ਨਾ ਬਣੀਏ। ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਹਕੀਕਤ ਕੀ ਹੈ। ਅਸੀਂ ਸਟੇਜ ਤੇ ਬੋਲਣ ਲੱਗੇ ਬੜੀ ਦੂਰ ਤੱਕ ਚਲੇ ਜਾਂਦੇ ਆ, ਬੜੀਆਂ ਗਰਮਤੀਆਂ ਗੱਲਾਂ ਕਰ ਜਾਂਦੇ ਆ, ਪਰ ਯਾਦ ਰੱਖੋ ਸਿਆਸੀ ਤੌਰ ਦੇ ਉੱਪਰ ਅਸੀਂ ਕਿੱਥੇ ਖੜੇ ਹਾਂ। ਸੋ ਜੋ ਵੀ ਗੱਲ ਕਰਨੀ ਹੈ ਸੋਚ ਸਮਝ ਕੇ ਕਰਨੀ ਹੈ, ਪੰਥ ਦੇ ਵਧੇਰੇ ਹਿੱਤਾਂ ਨਹੀਂ ਕਰਨੀ ਹੈ ਕਿ ਉਹਦੇ ਵਾਸਤੇ ਜੇ ਆਪਣੇ ਅਹਿਮ ਨੂੰ ਵੀ ਥੱਲੇ ਕਰਨਾ ਪਏ, ਕੁਰਬਾਨੀ ਇਹੀ ਹੁੰਦੀ ਹੈ, ਸਿਰ ਨਿਵਾਣਾ ਹੀ ਕੁਰਬਾਨੀ ਹੁੰਦੀ ਹੈ। ਜੇ ਸਿਰ ਨਿਵਾ ਕੇ ਵੀ ਅਸੀਂ ਆਪਣੇ ਭਰਾਵਾਂ ਨੂੰ ਨਾਲ ਜੋੜ ਸਕਦੇ ਹਾਂ, ਸਾਨੂੰ ਜੋੜਨਾ ਚਾਹੀਦਾ ਹੈ। ਇੰਨੀ ਬੇਨਤੀ ਪ੍ਰਵਾਨ। ਵਾਹਿਗੁਰੂ जी का खालसा, वाहिगुरू जी की फतेह। मुख्यमंत्री भगवंत मान की पत्नी ने आज अमृतसर में गोल्डन टेम्पल में माथा टेका और सरबत के भले की अरदास की। आपको बता दें कि मुख्यमंत्री की पत्नी डॉक्टर गुरप्रीत कौर पहली बार मुख्यमंत्री भगवंत मान के बिना अकेले ही अमृतसर में श्री दरबार साहब में दर्शनों के लिए आई थी। उन्होंने पत्रकारों से बात की और कहा कि उनका मकसद सिर्फ गुरु का आशीर्वाद लेना था, सरबत के लिए अरदास करने के लिए वह आई थी। बहुत ਵਧੀਆ महसूस हो रहा है। ਅੱਜ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨੇ ਤੇ ਅੱਗੋਂ ਵੀ ਆਉਂਦੇ ਰਹਾਂਗੇ ਜੀ। ਸਾਈ ਅਰਦਾਸ ਕੀਤੀ, ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਸਰ ਅੱਜ ਆਏ ਹੋ, ਅੱਜ ਵਿਧਾਇਕ ਜਿਹੜੇ ਮਹਿਲਾ ਵਿਧਾਇਕ ਹੈਗੇ ਨੇ ਉਹਨਾਂ ਨਾਲ ਮੁਲਾਕਾਤ ਕਰੋਗੇ? ਮਹਿਲਾਵਾਂ ਦੇ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਹੈਗੀਆਂ ਉਹ ਸੁਣੋਗੇ? ਹਾਂਜੀ ਜ਼ਰੂਰ, ਉਹਨਾਂ ਨਾਲ ਮੁਲਾਕਾਤ ਹੋਏਗੀ ਜੀ। ਉਸ ਤੋਂ ਬਾਅਦ ਮੀਟਿੰਗ ਉਹਨਾਂ ਨਾਲ ਹੀ ਹੈ ਜੀ। ਮੀਟਿੰਗ ਹੈਗੀ ਹੈ ਕਿਹਨਾਂ ਮੁੱਦਿਆਂ ਤੇ ਹੈਗੀ ਹੈ? ਉਹ ਮੁੱਦੇ ਨਹੀਂ ਜੀ, ਪਰਸਨਲ ਹੈ ਜੀ। ਠੀਕ ਹੈ ਜੀ, ਥੈਂਕ ਯੂ। पंजाब और हरियाणा ने पंजाब हरियाणा हाई कोर्ट में एक स्टेटस रिपोर्ट दाखिल की है। रिपोर्ट में बताया गया है कि दोनों राज्यों में कुल 112 विधायक और एमपी दागी हैं, जिनके खिलाफ विभिन्न अदालतों में मुकदमे चल रहे हैं। पिछली सुनवाई के दौरान हाईकोर्ट की फटकार के बाद राज्यों ने यह जानकारी मुहैया करवाई है। पंजाब सरकार की ओर से हाईकोर्ट में स्टेटस रिपोर्ट दायर करके बताया गया है कि राज्य के पूर्व और मौजूदा सांसदों और विधायकों के खिलाफ 99 केस राज्य की अलग अलग अदालतों में चल रहे हैं। 42 केसों में जांच जारी है, जिसे जल्द ही पूरा कर लिया जाएगा। सुप्रीम कोर्ट ने जानकारी मांगी थी कि सभी राज्यों के हाई कोर्टों को अपने राज्यों में आपराधिक केसों में संलिप्त विधायकों और सांसदों की जानकारी मुहैया करवाई जाए। आज के लिए बस इतना ही। कल आपके समक्ष फिर हाजिर होंगे, तब तक के लिए नमस्कार।